ਹੈਲੋ ਮਾਈ ਡੀਅਰ ਸਟੂਡੈਂਟਸ। ਜੇਕਰ ਤੁਸੀਂ +2 ਵਿਦ ਮੈਡੀਕਲ ਕੀਤੀ ਹੈ ਜਾਂ ਨਾਨ ਮੈਡੀਕਲ ਕੀਤੀ ਹੈ ਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਫॉर द ਕੋਰਸਿਸ BSc ਨਰਸਿੰਗ, BSc ਪੋਸਟ ਬੇਸਿਕ ਨਰਸਿੰਗ, BSc ਪੈਰਾਮੈਡੀਕਲ, ਤਾਂ ਇਹ ਵੀਡੀਓ ਤੁਹਾਡੇ ਲਈ ਰਹੇਗੀ। ਸੋ ਸਟੂਡੈਂਟਸ, ਏਮਜ਼ ਵੱਲੋਂ 2026 ਸੈਸ਼ਨ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨਸ ਮੰਗੀਆਂ ਗਈਆਂ ਨੇ। ਸਕੇਡਿਊਲ ਇਸ ਤਰ੍ਹਾਂ ਰਹੇਗਾ ਜੀ। ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਫॉर ਐਪਲੀਕੇਸ਼ਨਸ ਫॉर BSc ਆਨਰਸ ਨਰਸਿੰਗ ਦੇ ਲਈ, BSc ਨਰਸਿੰਗ ਪੋਸਟ ਬੇਸਿਕ, ਇਹ ਉਹ ਬੱਚਿਆਂ ਲਈ ਹੈ ਜਿਨ੍ਹਾਂ ਨੇ GNM ਕੀਤੀ ਹੋਵੇ, ਐਂਡ BSc ਐਲਾਈਡ ਐਂਡ ਹੈਲਥ ਕੇਅਰ ਕੋਰਸ 2026। ਐਲਾਈਡ ਐਂਡ ਹੈਲਥ ਕੇਅਰ ਜਿਹਨੂੰ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਪੈਰਾਮੈਡੀਕਲ ਕੋਰਸਿਸ, ਹੁਣ ਇਹਨੂੰ ਐਲਾਈਡ ਐਂਡ ਹੈਲਥ ਕੇਅਰ ਕੋਰਸ ਕਹਿੰਦੇ ਆ। ਤਾਂ ਇਹਦੀ ਲਾਸਟ ਡੇਟ ਰਹੇਗੀ ਜੀ 24 ਅਪ੍ਰੈਲ 2026। ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਹੁੰਦੀ ਹੈਗੀ ਫਿਰ ਫਾਈਨਲ ਸਟੇਟਸ ਆਉਂਦਾ ਤੁਹਾਡਾ, ਯਾਨੀ ਉਹ ਅਸੈਪਟ ਹੋ ਗਈ ਤੁਹਾਡੀ ਐਪਲੀਕੇਸ਼ਨ ਜਾਂ ਰਿਜੈਕਟ ਹੋਈ ਹੈਗੀ, ਜਿਹੜੇ ਵੀ ਤੁਸੀਂ ਕੋਰਸ ਲਈ ਐਪਲੀਕੇਸ਼ਨ ਫਿਲ ਕੀਤੀ ਹੈ। ਲਾਸਟ ਡੇਟ 29 ਅਪ੍ਰੈਲ। ਸਟੂਡੈਂਟਸ, ਐਂਟਰੈਂਸ ਐਗਜ਼ਾਮ ਫॉर BSc ਆਨਰਸ ਨਰਸਿੰਗ ਦੀ ਐਡਮਿਸ਼ਨ ਲਈ ਡੇਟ ਰਹੇਗੀ 27 ਜੂਨ, ਔਰ BSc ਪੋਸਟ ਬੇਸਿਕ ਨਰਸਿੰਗ ਜਿਹੜੇ ਕਿ GNM ਕੈਂਡੀਡੇਟਸ ਕਰ ਸਕਦੇ ਨੇ ਜਿਨ੍ਹਾਂ ਨੇ ਕੀਤੀ ਹੋਏ ਪਹਿਲਾਂ GNM, ਤਾਂ ਇਹਨਾਂ ਦੀ ਐਂਟਰੈਂਸ ਐਗਜ਼ਾਮ ਡੇਟ 30 ਮਈ ਹੈ। ਤੇ ਪੈਰਾਮੈਡੀਕਲ ਕੋਰਸਿਸ ਦਾ ਐਂਟਰੈਂਸ ਐਗਜ਼ਾਮ, ਜਿਹਨੂੰ ਕਿ ਹੁਣ ਐਲਾਈਡ ਹੈਲਥ ਕੇਅਰ ਕੋਰਸਿਸ ਕਹਿੰਦੇ ਆ, ਇਹਦਾ ਐਗਜ਼ਾਮ ਹੋਏਗਾ ਜੀ 4 ਜੁਲਾਈ ਨੂੰ, ਯਾਨੀ ਕਿ ਲਗਭਗ 3 ਮਹੀਨੇ ਤੁਹਾਡੇ ਕੋਲ ਹੈਗੇ ਆ ਤਿਆਰੀ ਵਾਸਤੇ। ਇੱਕ ਇੰਪੋਰਟੈਂਟ ਨੋਟਿਸ ਇਹ ਹੈ ਜੀ ਕਿ ਤੁਸੀਂ ਇਹ ਬੜੇ ਧਿਆਨ ਨਾਲ ਫਿਲ ਕਰਨਾ ਹੁੰਦਾ ਹੈਗਾ ਜਿਹੜਾ ਏਮਸ ਦਾ ਐਂਟਰੈਂਸ ਐਗਜ਼ਾਮ ਲਈ ਫਾਰਮ ਹੈਗਾ, ਕਿਉਂਕਿ ਥੋੜਾ ਕੰਪਲਿਕੇਟਡ ਇਸ ਤਰ੍ਹਾਂ ਹੁੰਦਾ ਹੈ ਕਿ ਇਹਦੇ 'ਚ 3 ਸਟੈਪ ਨੇ। ਨੰਬਰ 1 ਤੇ ਪਹਿਲਾਂ ਤੁਸੀਂ ਬੇਸਿਕ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ ਕਿ ਇਸ ਤੋਂ ਬਾਅਦ ਕੋਡ ਜਨਰੇਟ ਹੁੰਦਾ ਹੈ ਜਿਹਨੂੰ RUC ਕੋਡ ਕਹਿੰਦੇ ਹੋ ਤੁਸੀਂ, ਤੇ ਉਹ ਜਨਰੇਟ ਹੋਣ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਅਗਰ ਐਕਸੈਪਟ ਹੁੰਦੀ ਹੈ ਉਸ ਫਿਰ ਤੁਸੀਂ ਫਾਈਨਲ ਰਜਿਸਟ੍ਰੇਸ਼ਨ ਕਰਦੇ ਹੋ। ਸਾਰੇ ਕੈਂਡੀਡੇਟਸ ਲਈ ਇਹ ਸਟੈਪਸ ਜ਼ਰੂਰੀ ਹੁੰਦੇ ਨੇ ਰਜਿਸਟ੍ਰੇਸ਼ਨ ਵਾਸਤੇ। ਇੱਕ ਆ ਪੁਆਇੰਟ ਨੋਟ ਕਰੋ ਜੀ, ਐਪਲੀਕੈਂਟਸ may note that further correspondence will not be entertained in this regard, ਯਾਨੀ ਅਗਰ ਕੋਈ ਗਲਤੀ ਕਰਦੇ ਹੋ ਤਾਂ ਫਿਰ ਉਹਦੇ correspondence ਉੱਥੇ ਨਹੀਂ ਕਰ ਪਾਉਂਗੇ। ਸੋ ਫਾਰਮ ਜਦੋਂ ਫਿਲ ਕਰਨਾ ਹੈ ਬਹੁਤ ਧਿਆਨ ਰੱਖਣਾ ਹੈ, ਕਾਹਲੀ ਨਹੀਂ ਕਰਨੀ। ਪਹਿਲਾਂ ਤੁਸੀਂ ਪੂਰਾ ਪ੍ਰੋਸਪੈਕਟਸ ਨੂੰ ਰੀਡ ਕਰੋ। ਹੁਣ ਬੱਚੇ ਕੁਝ ਖਾਸ ਗੱਲਾਂ, BSc ਨਰਸਿੰਗ ਆਨਰਸ ਇਹ ਕੋਰਸ ਜਿਨ੍ਹਾਂ ਨੇ ਕਰਨਾ ਹੈ ਤਾਂ ਉਹ ਸਟੂਡੈਂਟਸ 12th ਚ ਬਾਇਓ ਪੜ੍ਹੀ ਹੋਏ, ਯਾਨੀ ਕਿ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਐਂਡ ਇੰਗਲਿਸ਼, ਇਹਨਾਂ ਸਬਜੈਕਟਾਂ ਨਾਲ ਪੇਪਰ ਦਿੱਤੇ ਹੋਣ, ਤੁਸੀਂ ਅਪੇਅਰ ਹੋਏ ਹੋ ਜਾਂ ਆਲਰੇਡੀ ਪਾਸ ਕਰ ਚੁੱਕੇ ਹੋ ਇਹ ਕਲਾਸ, ਦੋਨੋਂ ਤਰ੍ਹਾਂ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। BSc ਨਰਸਿੰਗ ਸਿਰਫ ਗਰਲਜ਼ ਲਈ, ਲੜਕੀਆਂ ਵਾਸਤੇ ਹੈ ਇਹ ਕੋਰਸ। ਉਮਰ ਦੀ ਹੱਦ 17 ਤੋਂ 45 ਸਾਲ ਤੱਕ। ਕੌਣ ਅਪਲਾਈ ਕਰ ਸਕਦਾ ਹੈ? ਆਲ ਇੰਡੀਆ ਤੋਂ ਜਿੰਨੇ ਵੀ ਸਟੂਡੈਂਟਸ ਨੇ ਉਹ ਅਪਲਾਈ ਕਰ ਸਕਦੇ ਨੇ, ਯਾਨੀ ਕਿ ਤੁਸੀਂ ਕਿਸੇ ਵੀ ਸਟੇਟ ਤੋਂ ਹੋ ਇੰਡੀਆ ਦੇ, ਤੁਸੀਂ ਅਪਲਾਈ ਕਰਨ ਲਈ ਐਲੀਜੀਬਲ ਹੋ। ਦੂਸਰੀ ਗੱਲ ਹੈ ਜੀ BSc ਪੈਰਾਮੈਡੀਕਲ, ਜਿਨ੍ਹਾਂ ਨੂੰ ਕਿ ਹੁਣ ਐਲਾਈਡ ਐਂਡ ਹੈਲਥ ਕੇਅਰ ਕੋਰਸ ਕਹਿੰਦੇ ਆ ਆਪਾਂ। ਇਹਦੇ ਲਈ 12th ਚ ਬਾਇਓ ਜਾਂ ਫਿਰ ਮੈਥ ਕੀਤੀ ਹੋਣੀ ਚਾਹੀਦੀ, ਯਾਨੀ ਕਿ ਮੈਡੀਕਲ ਤੇ ਨਾਨ ਮੈਡੀਕਲ ਦੋਨੋਂ ਤਰ੍ਹਾਂ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ। ਫਿਜ਼ਿਕਸ, ਕੈਮਿਸਟਰੀ, ਬਾਇਓ ਵਾਲੇ ਵੀ ਤੇ ਫਿਜ਼ਿਕਸ, ਕੈਮਿਸਟਰੀ, ਮੈਥਸ ਪਲੱਸ ਇੰਗਲਿਸ਼ ਹੋਣੀ ਚਾਹੀਦੀ ਹੈ। ਔਰ ਇਸ ਐਲਾਈਡ ਹੈਲਥ ਕੋਰਸਿਸ ਜਿਹੜੇ ਹੈ ਇਹਨਾਂ 'ਚ ਬੋਥ ਗਰਲਜ਼ ਐਂਡ ਬॉयਜ਼ ਦੋਨੋਂ ਅਪਲਾਈ ਕਰ ਸਕਦੇ ਨੇ। ਏਜ ਲਿਮਿਟ 17 ਤੋਂ 45 ਸਾਲ। ਕੌਣ ਅਪਲਾਈ ਕਰ ਸਕਦੇ ਹੈਗੇ? ਆਲ ਇੰਡੀਆ ਤੋਂ ਸਾਰੇ ਸਟੂਡੈਂਟਸ ਇਹਦੇ 'ਚ ਅਪਲਾਈ ਕਰ ਸਕਦੇ ਨੇ, ਚਾਹੇ ਤੁਸੀਂ ਕਿਸੇ ਵੀ ਸਟੇਟ ਨੂੰ ਬਿਲੋਂਗ ਕਰਦੇ ਹੋ। ਕੋਈ ਵੀ ਸਟੇਟ ਡੋਮਿਸਾਈਲ ਹੈ, ਤੁਸੀਂ ਏਮਸ ਲਈ ਅਪਲਾਈ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਐਂਟਰੈਂਸ ਐਗਜ਼ਾਮ ਬਾਰੇ। ਤਾਂ ਐਂਟਰੈਂਸ ਐਗਜ਼ਾਮ ਫॉर BSc ਨਰਸਿੰਗ, ਇਹਦੇ 'ਚ ਪੇਪਰ ਹੋਏਗਾ
ਇਹ 11th ਐਂਡ 12th ਦਾ ਸਿਲੇਬਸ ਹੀ ਆਣਾ ਇਹਦੇ ਚ। ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ, ਹਰੇਕ ਵਿਸ਼ੇ ਦੇ 30 ਨੰਬਰਾਂ ਦੇ ਕੁਐਸਚਨਸ ਹੋਣਗੇ ਔਰ ਜਨਰਲ ਨੌਲੇਜ ਇਹ 10 ਨੰਬਰਾਂ ਦਾ। ਟੋਟਲ ਮਾਰਕਸ ਹੋ ਗਏ ਜੀ 100, 100 ਮਾਰਕਸ, यानी कि 100 MCQ मल्टीपल चॉइस, यानी कि 100 MCQ ਦਾ 100 ਮਾਰਕਸ ਦਾ ਇਹ ਪੇਪਰ। ਔਰ ਇੱਕ ਕੁਐਸਚਨ ਦਾ 1 ਮਾਰਕ ਮਿਲ ਰਿਹਾ ਔਰ ਨੈਗੇਟਿਵ ਮਾਰਕਿੰਗ ਹੋਏਗੀ, ਇਹ ਜ਼ਰੂਰ ਧਿਆਨ ਰੱਖਿਓ। 1/3 ਮਾਰਕ ਤੁਹਾਡਾ ਕੱਟਿਆ ਜਾਏਗਾ ਅਗਰ ਤੁਸੀਂ ਰੋਂਗ ਆਨਸਰ ਦਿੰਦੇ ਹੋ। ਇਨ ਕੇਸ ਆਫ BSc Allied and Health Care courses, ਇੱਥੇ ਵੀ ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਜਾਂ ਫਿਰ ਬਾਇਓਲੋਜੀ ਦੀ ਜਗ੍ਹਾ ਤੁਸੀਂ ਮੈਥਸ ਦਾ ਪੇਪਰ ਅਟੈਂਪਟ ਕਰ ਲੋਗੇ। ਮੈਥਸ, ਫਿਜ਼ਿਕਸ, ਕੈਮਿਸਟਰੀ, ਇਹਨਾਂ 3 ਵਿਸ਼ਿਆਂ ਦਾ ਪੇਪਰ ਹੋਏਗਾ। 30 ਨੰਬਰ ਦਾ ਹਰੇਕ ਦੇ ਵਿੱਚੋਂ ਪੁੱਛਿਆ ਜਾਏਗਾ, ਯਾਨੀ ਕਿ 30 ਮਲਟੀਪਲ ਚੋਇਸ ਕੁਐਸਚਨਸ ਤਾਂ ਟੋਟਲ ਹੋ ਜਾਣਗੇ 90 ਮਲਟੀਪਲ ਚੋਇਸ ਕੁਐਸਚਨ, 30 ਈਚ ਹੈਗੇ ਤਾਂ 90 ਮਾਰਕਸ ਦਾ ਕੁੱਲ ਇਹ ਪੇਪਰ ਹੋ। ਇਹਦੇ ਵਿੱਚ GK ਦਾ ਪੇਪਰ ਨਹੀਂ ਹੈ, ਇਹਦੇ ਸਿਰਫ ਬਾਇਓਲੋਜੀ ਜਾਂ ਮੈਥਸ ਇੱਕ ਤੁਸੀਂ ਅਟੈਂਪਟ ਕਰਨਾ ਤੇ ਫਿਜ਼ਿਕਸ, ਕੈਮਿਸਟਰੀ। ਇਸ ਕੇਸ ਦੇ ਵਿੱਚ ਵੀ ਨੈਗੇਟਿਵ ਮਾਰਕਿੰਗ 1/3, 1/3 ਕੱਟਿਆ ਜਾਏਗਾ ਤੁਹਾਡਾ ਨੰਬਰ। ਅਦਰਵਾਈਜ਼ ਜੇ ਸਹੀ ਹੈ ਤੁਹਾਡਾ ਆਨਸਰ ਤਾਂ 1 ਨੰਬਰ ਮਿਲੇਗਾ। ਇਹ ਬੋਥ ਮੀਡੀਅਮ ਇੰਗਲਿਸ਼ ਐਂਡ ਹਿੰਦੀ ਮੀਡੀਅਮ ਚ ਨੇ ਜੀ ਇਹ ਪੇਪਰ ਹੋਣਗੇ ਜਿਹੜੇ ਐਂਟਰੈਂਸ ਐਗਜ਼ਾਮ। ਸਿਲੇਬਸ ਜਿਹੜਾ ਹੈ 11th ਐਂਡ 12th ਲੈਵਲ ਦਾ ਹੋਏਗਾ, ਇਹ ਸਬਜੈਕਟਸ ਤੋਂ ਜਿਹੜਾ ਪੁੱਛਿਆ ਜਾਏਗਾ। ਐਗਜ਼ਾਮ ਡੇਟ BSc ਨਰਸਿੰਗ ਆਨਰਸ 23 ਜੂਨ ਐਂਡ Allied and Health Care ਇਹਦਾ 4 ਜੁਲਾਈ 2026। ਤਾਂ ਹੁਣ ਇੱਥੇ ਦੇਖ ਸਕਦੇ ਹੋ ਜੀ BSc ਨਰਸਿੰਗ ਪੋਸਟ ਬੇਸਿਕ ਦਾ ਐਂਟਰੈਂਸ ਐਗਜ਼ਾਮ ਓਨਲੀ ਆਨਲਾਈਨ ਮੋਡ ਤੇ ਰਾਹੀਂ ਹੋਣਾ 30 ਮਈ ਹੈਗਾ। BSc Allied and Health Care courses ਇਹ ਵੀ ਸਿਰਫ ਆਨਲਾਈਨ ਮੋਡ ਰਾਹੀਂ ਹੈਗਾ, 4 ਜੁਲਾਈ ਨੂੰ ਹੈਗਾ। ਔਰ BSc ਆਨਰਸ ਨਰਸਿੰਗ ਆਨਲਾਈਨ ਮੋਡ ਇਹ ਵੀ ਐਂਟਰੈਂਸ ਐਗਜ਼ਾਮ ਜੂਨ ਨੂੰ ਹੋਏਗਾ। ਤਾਂ ਇਸ ਤਰ੍ਹਾਂ ਸਟੂਡੈਂਟਸ ਤੁਹਾਡੇ ਕੋਲ 3 ਮਹੀਨੇ ਹੈਗੇ ਨੇ, ਯਾਨੀ ਕਿ ਅਪ੍ਰੈਲ, ਮਈ ਤੇ ਜੂਨ, 3 ਮਹੀਨੇ ਤੁਸੀਂ ਅੱਛੀ ਤਰ੍ਹਾਂ ਤਿਆਰੀ ਕਰੋਗੇ ਤਾਂ ਆਰਾਮ ਨਾਲ ਤੁਸੀਂ ਇਹ ਐਂਟਰੈਂਸ ਐਗਜ਼ਾਮ ਕਲੀਅਰ ਕਰ ਸਕਦੇ ਹੋ। ਐਪਲੀਕੇਸ਼ਨ ਐਂਡ ਰਜਿਸਟ੍ਰੇਸ਼ਨ ਫੀਸ ਇਹਦੇ ਚ ਤੁਸੀਂ ਦੇਖ ਸਕਦੇ ਹੋ ਜੀ ਜਨਰਲ ਤੇ ਅਨਰਿਜ਼ਰਵਡ ਲਈ 2000 ਹੈ ਫੀਸ, ਤੇ ਅਦਰ ਬੈਕਵਰਡ ਕਲਾਸਿਸ OBC NCL 2000 रुपए, और फिर SC 1600, ST 1600 रुपए, इकोनॉमिकली वीकर सेक्शन ये भी 1600 है जी। पर्सनस विद बेंचमार्क डिसेबिलिटी इन्हां दी कोई फीस नहीं लगेगी। फीस पे करनी होगी थ्रू क्रेडिट कार्ड, डेबिट कार्ड, नेट बैंकिंग। स्टूडेंट्स एम्स ਦੇ ਰਿਲੇਟਡ ਵੈਬਸਾਈਟ ਹੈ, ਤੁਸੀਂ ਇਹ ਨੋਟ ਕਰ ਸਕਦੇ ਹੋ। ਕੋਈ ਵੀ ਤੁਹਾਡੀ ਜਿਹੜੀ ਇਨਕੁਆਇਰੀ ਹੈ ਜਾਂ ਇਨਫੋਰਮੇਸ਼ਨ ਹੈ, ਕੋਈ ਵੀ ਅਪਡੇਟਸ ਚੈੱਕ ਕਰਨੀਆਂ, ਉਹ ਸਾਰੀਆਂ ਤੁਹਾਨੂੰ ਇਸ ਵੈਬਸਾਈਟ ਤੇ ਮਿਲਣਗੀਆਂ, ਸੋ ਰੈਗੂਲਰਲੀ ਚੈੱਕ ਕਰਦੇ ਰਹਿਣਾ। ਐਪਲੀਕੇਸ਼ਨ ਐਂਡ ਰਜਿਸਟ੍ਰੇਸ਼ਨ ਤਾਂ ਇਹਦੇ ਵਾਸਤੇ ਸਾਰੇ ਐਪਲੀਕੈਂਟਸ ਨੂੰ ਐਡਵਾਈਸ ਕੀਤਾ ਜਾਂਦਾ ਹੈ, ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੋਸਪੈਕਟਸ ਤੇ ਹੈਲਪ ਮੈਨੂਅਲ ਪਹਿਲਾਂ ਇਹਨਾਂ ਦੋਹਾਂ ਨੂੰ ਧਿਆਨ ਨਾਲ ਪੜ੍ਹਨਾ ਹੈ ਤੁਸੀਂ। ਪ੍ਰੋਸਪੈਕਟਸ ਐਂਡ ਹੈਲਪ ਮੈਨੂਅਲ ਇਹਨਾਂ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ ਜੀ, ਤੇ ਫਿਰ ਹੀ ਤੁਸੀਂ ਆਨਲਾਈਨ ਜਿਹੜੀ ਫਾਈਨਲ ਰਜਿਸਟ੍ਰੇਸ਼ਨ ਉਹ ਕਰਨੀ ਹੈਗੀ। ਔਰ ਦੇਖਣਾ ਕੋਈ ਵੀ ਕਾਲਮ ਖਾਲੀ ਨਾ ਰਹਿ ਜਾਏ, ਸਾਰੇ ਜਿਹੜੇ ਕਾਲਮ ਹੈ ਤੁਸੀਂ ਫਿਲ ਕਰਨੇ ਹੈ ਪ੍ਰੋਪਰਲੀ, ਕਿਉਂਕਿ ਅਗਰ ਰਿਜੈਕਸ਼ਨ ਹੋ ਜਾਂਦੀ ਹੈ ਆਫ ਐਪਲੀਕੇਸ਼ਨ ਫਾਰਮ ਤਾਂ ਕੋਈ ਤੁਹਾਨੂੰ ਇਨਫੋਰਮੇਸ਼ਨ ਨਹੀਂ ਆਏਗੀ, ਕੋਈ ਕੋਰਸਪੋਂਡੈਂਸ ਤੁਹਾਨੂੰ ਨਹੀਂ ਦੇਣਗੇ ਉਹ। ਔਰ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਆਨਲਾਈਨ ਰਜਿਸਟ੍ਰੇਸ਼ਨ ਵੇਲੇ ਉਹ ਇਹ ਹੁੰਦਾ ਕਿ ਐਪਲੀਕੈਂਟ ਫੋਲੋ ਹੀ ਨਹੀਂ ਕਰਦੇ ਕਿਹੜੀਆਂ ਇੰਸਟਰਕਸ਼ਨਸ ਨੇ ਪ੍ਰੋਸਪੈਕਟਸ ਦੇ ਵਿੱਚ ਤੇ ਹੈਲਪ ਮੈਨੂਅਲ 'ਚ, ਉਹਨੂੰ ਅੱਛੀ ਤਰ੍ਹਾਂ ਪੜ੍ਹਦੇ ਨਹੀਂ। 2-4 ਵਾਰੀ ਪਹਿਲਾਂ ਇਹਨਾਂ ਨੂੰ ਤੁਸੀਂ ਪੜ੍ਹੋ ਤੇ ਦੇਖੋ ਕਿ ਇਹਦੇ 'ਚ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ, ਤੇ ਉਹਨੂੰ ਅਗਰ ਬਿਨਾਂ ਪੜ੍ਹੇ ਹੀ ਪ੍ਰੋਸਪੈਕਟਸ ਤੇ ਹੈਲਪ ਮੈਨੂਅਲ ਨੂੰ ਤੁਸੀਂ ਫਿਲ ਕਰਦੇ ਹੋ ਤਾਂ ਗਲਤੀ ਲਾਜ਼ਮੀ ਹੈ।
ਇੱਥੇ ਇਹ ਵੀ ਧਿਆਨ ਰੱਖਣਾ ਹੈ ਬੱਚਿਓ, ਜਿਹੜੇ ਰਿਜ਼ਰਵ ਕੈਟਾਗਰੀ 'ਚ ਅਪਲਾਈ ਕਰਦੇ ਹੋ ਤਾਂ OBC, NCL ਤੇ EWS ਕੈਟਾਗਰੀ, ਇਹਨਾਂ ਕੋਲੇ ਵੈਲਿਡ ਕਾਸਟ ਸਰਟੀਫਿਕੇਟ ਹੋਣਾ ਚਾਹੀਦਾ ਹੈ। ਔਰ ਕਿੰਨਾ ਤੋਂ ਹੋਣਾ ਚਾਹੀਦਾ ਹੈ? ਬਾਈ ਦ ਕੰਪੀਟੈਂਟ ਅਥਾਰਟੀ issued as per date mentioned at page number 15 of the prospectus। ਤਾਂ ਅੱਗੇ ਜਾ ਕੇ 15 ਨੰਬਰ ਪੇਜ ਤੇ ਉਹਨਾਂ ਨੇ ਦੱਸਿਆ ਕਿਹੜੀ ਡੇਟ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਕਿ ਔਰ ਕਿੱਥੋਂ ਹੋਣਾ ਚਾਹੀਦਾ। ਇੱਥੇ ਇਸ ਚੀਜ਼ ਨੂੰ ਧਿਆਨ ਨਾਲ ਦੇਖੋ। ਦ ਸਰਟੀਫਿਕੇਟ ਮਸਟ ਬੀ ਵੈਲਿਡ ਫॉर ਐਡਮਿਸ਼ਨ ਇਨ ਸੈਂਟਰਲ ਗਵਰਨਮੈਂਟ ਇੰਸਟੀਟਿਊਸ਼ਨਸ। ਤਾਂ ਸੈਂਟਰਲ ਲੈਵਲ ਦਾ ਤੁਹਾਡੇ ਕੋਲੇ ਉਹ ਹੋਣਾ ਚਾਹੀਦਾ ਤਾਂ ਕਿ ਉੱਥੇ ਤੁਹਾਨੂੰ ਸੈਂਟਰਲ ਗਵਰਨਮੈਂਟ ਇੰਸਟੀਟਿਊਸ਼ਨ 'ਚ ਦਾਖਲਾ ਮਿਲ ਸਕੇ। ਬਾਕੀ ਫੀਸ ਤੁਸੀਂ ਪੇ ਕਰਨੀ ਹੈ ਨੈਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਰਾਹੀਂ। ਅਗਰ ਉਹ ਨਹੀਂ ਐਕਸੈਪਟ ਹੋਈ ਤਾਂ ਏਮਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹ ਨਾਨ ਪੇਮੈਂਟ ਦੇ ਲਈ, ਤੇ ਇਹਦੇ ਵਾਸਤੇ ਤੁਸੀਂ ਆਪਣਾ ਸਟੇਟਸ ਚੈੱਕ ਕਰਦੇ ਰਹਿਣਾ ਇਨ ਮਾਈ ਪੇਜ ਜਿਹੜਾ ਹੈ ਉੱਥੇ ਕਨਫਰਮ ਕਰ ਲੈਣਾ। ਇਨਕੰਪਲੀਟ ਐਪਲੀਕੇਸ਼ਨਸ ਰਿਜੈਕਟ ਹੋ ਜਾਣਗੀਆਂ। ਇਸ ਲਈ ਬੱਚੇ ਤੁਹਾਨੂੰ ਕਿਹਾ 2-4 ਦਿਨ ਆਰਾਮ ਨਾਲ ਇਹਨੂੰ ਬਾਰ-ਬਾਰ ਪ੍ਰੋਸਪੈਕਟਸ ਤੇ ਹੈਲਪ ਮੈਨੂਅਲ ਨੂੰ ਪੜੋ। ਇੱਥੇ ਤੁਸੀਂ ਇਹਨੂੰ ਜ਼ਰੂਰ ਵਿਜ਼ਿਟ ਕਰਨਾ ਜੀ ਵੈਬਸਾਈਟ ਤੇ ਤੁਹਾਨੂੰ ਰੈਗੂਲਰਲੀ ਜੋ ਵੀ ਨੋਟੀਫਿਕੇਸ਼ਨਸ ਹੈ ਉਹਨਾਂ ਦਾ ਪਤਾ ਚੱਲਦਾ ਰਹੇਗਾ। ਸਟੂਡੈਂਟਸ, ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰ ਲਓ ਤਾਂ ਉਹਨੂੰ ਸੇਵ ਕਰੋ, ਫਿਰ ਉਹਦਾ ਡਾਊਨਲੋਡ ਕਰੋ, ਉਹਦਾ ਪ੍ਰਿੰਟ ਆਊਟ ਲੈ ਲਓ ਜਿੰਨੀ ਰਜਿਸਟ੍ਰੇਸ਼ਨ ਸਾਰੇ ਪ੍ਰੋਸੈਸਸ ਦਾ। ਤੇ ਇਹ ਜਿਹੜੀਆਂ ਰਜਿਸਟ੍ਰੇਸ਼ਨ ਕੀਤੇ ਦੀਆਂ ਜਿਹੜੀਆਂ ਫੋਟੋ ਕਾਪੀਜ਼ ਤੁਸੀਂ ਲਈਆਂ ਨੇ ਇਹ ਸੰਭਾਲ ਕੇ ਰੱਖਣੀਆਂ ਨੇ ਰਜਿਸਟ੍ਰੇਸ਼ਨ ਵਾਲੀਆਂ ਸਾਰੇ ਪ੍ਰੋਸੈਸ ਦੀਆਂ। ਕਦੋਂ ਤੱਕ? ਟਿਲ ਕੰਪਲੀਸ਼ਨ ਆਫ ਐਡਮਿਸ਼ਨ ਪ੍ਰੋਸੈਸ, ਜਦੋਂ ਤੱਕ ਦਾਖਲਾ ਨਹੀਂ ਹੋ ਜਾਂਦਾ ਇਹ ਤੁਸੀਂ ਸੰਭਾਲ ਕੇ ਰੱਖੋ ਪ੍ਰੂਫ ਦੇ ਤੌਰ ਤੇ। ਕੋਰਸਿਸ ਬਾਰੇ ਵੀ ਬਰੀਫ ਚ ਉਹਨਾਂ ਦੇ ਕੋਰਸਿਸ ਦੇ ਨਾਮ ਲੈ ਦਿੰਨੇ ਆ ਜੀ। ਡਿਟੇਲ ਅਗਰ ਤੁਸੀਂ ਚਾਹੋਗੇ ਇਹਨਾਂ ਨੂੰ ਡਿਟੇਲ ਚ ਵੀ ਡਿਸਕਸ ਕਰ ਦਾਂਗੇ ਨੈਕਸਟ ਵੀਡੀਓ ਚ, ਕਿਉਂਕਿ ਵੀਡੀਓ ਲੰਬੀ ਹੋ ਜਾਏਗੀ। ਤਾਂ ਇੱਕ ਹੈਗਾ ਬੈਚਲਰ ਆਫ ਆਪਟੋਮੀਟਰੀ, ਫਿਰ ਕੋਰਸ ਹੈਗਾ ਜੀ ਬੈਚਲਰ ਆਫ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨੋਲੋਜੀ, then BSc Honors Nursing, BSc Post Basic Nursing ਹੈ, GNM ਜਿਨ੍ਹਾਂ ਨੇ ਕਰ ਰੱਖੀ ਉਹਨਾਂ ਲਈ। ਅੱਗੇ ਹੈ ਜੀ BSc in Dental Operating Room Assistant, ਨੈਕਸਟ ਹੈ ਜੀ BSc in Dental Hygiene, ਨੈਕਸਟ ਕੋਰਸ ਰਹੇਗਾ BSc in Operation Theatre Technology। ਅੱਗੇ ਆ ਜਾਂਦਾ ਜੀ ਨੰਬਰ ਆਫ ਸੀਟਸ ਮੈਡੀਕਲ ਰੇਡੀਓਲੋਜੀ ਐਂਡ ਇਮੇਜ ਟੈਕਨੋਲੋਜੀ, ਯਾਨੀ ਕਿ MRIT ਦੇ ਵਿੱਚ ਡਿਗਰੀ। ਤਾਂ ਇਹ ਤੁਸੀਂ ਇਹਦੇ ਸਾਹਮਣੇ ਦੇਖ ਸਕਦੇ ਹੋਗੇ ਕਿ ਕਿੰਨੀਆਂ ਸੀਟਾਂ ਟੋਟਲ 11 ਨੇ, ਤਾਂ ਕਿਹੜੇ ਕੈਟਾਗਰੀ ਲਈ ਰਿਜ਼ਰਵ ਨੇ। ਇਸੇ ਤਰ੍ਹਾਂ ਡੈਂਟਲ ਆਪਰੇਟਿੰਗ ਰੂਮ ਅਸਿਸਟੈਂਟ, ਡੈਂਟਲ ਹਾਈਜੀਨ, ਆਪਰੇਸ਼ਨ ਥੀਏਟਰ ਟੈਕਨੋਲੋਜੀ, ਮੈਡੀਕਲ ਡਾਇਲਿਸਿਸ, medical laboratory technology, BSc radiology and imaging technology, BSc in operation theatre technology, emergency medical technician, medical lab technician, bachelor in respiratory therapist, operation theatre and anesthesia technology ਦੀ ਡਿਗਰੀ ਹੈ, ਤੇ ਨਿਊਰੋ ਇਲੈਕਟ੍ਰੋਫਿਜ਼ੀਓਲੋਜੀ, ਮੈਡੀਕਲ ਡਾਇਲਿਸਿਸ, ਐਮਰਜੈਂਸੀ ਮੈਡੀਸਿਨ। ਇਸ ਤਰ੍ਹਾਂ ਇਹ ਸਾਰੀ ਡਿਟੇਲਸ ਆਪ ਜੀ ਦੇਖ ਸਕਦੇ ਹੋ। ਇੱਥੇ ਤੁਸੀਂ ਦੇਖੋ ਜੀ BSc Honors Nursing, ਇੱਕ ਤਾਂ ਫॉर ਫੀਮੇਲ ਕੈਂਡੀਡੇਟਸ ਲਈ ਹੀ ਰਹੇਗੀ ਇਹ, ਤੇ 19 ਇੱਥੇ ਏਮਸ ਤੁਹਾਡੇ ਕੋਲੇ ਨੇ, ਰਾਜਕੋਟ ਵੀ ਹੁਣ ਹੈ। ਇਸ ਤਰ੍ਹਾਂ ਅੱਗੋਂ ਵੀ 1 ਜਾਂ 2 ਏਮਸ ਇਨਕਰੀਜ਼ ਹੋ ਸਕਦੇ। ਫਿਰ ਹੈ ਜੀ BSc Nursing Post Basic ਫॉर ਏਮਸ ਨਿਊ ਦਿੱਲੀ, ਇਹਦੇ ਚ ਵੀ GNM ਪਾਸ ਹੋਣੇ ਚਾਹੀਦੇ ਆ ਕੈਂਡੀਡੇਟ। ਸੀਟਸ ਦਾ ਵੇਰਵਾ ਇੱਥੋਂ ਤੁਸੀਂ ਦੇਖ ਸਕਦੇ ਹੋ। ਇਹ ਹੈ ਜੀ ਡਿਊਰੇਸ਼ਨ ਆਫ ਕੋਰਸਿਸ, ਅਲੱਗ-ਅਲੱਗ ਕੋਰਸ ਕਿੰਨੇ ਸਾਲ ਦੇ ਹੈਗੇ। ਪ੍ਰੋਸਪੈਕਟਸ ਦੇ ਵਿੱਚ ਹੀ ਤੁਹਾਨੂੰ ਰਿਜ਼ਰਵੇਸ਼ਨ ਆਫ ਸੀਟਸ ਐਂਡ ਕ੍ਰਾਈਟੇਰੀਆ ਫॉर OBC, EWS, SC, ST ਐਂਡ ਪਰਸਨਸ ਵਿਦ ਬੈਂਚਮਾਰਕ ਡਿਸੇਬਿਲਿਟੀਜ਼, ਇਹ ਡਿਟੇਲ ਦੇ ਵਿੱਚ ਇੱਥੋਂ ਤੁਸੀਂ ਜ਼ਰੂਰ ਪੜ੍ਹ ਲਿਓ। ਮੈਂ ਇਸ ਪੁਆਇੰਟ ਤੇ ਤੁਹਾਡਾ ਧਿਆਨ ਦਿਵਾਉਣਾ ਚਾਹ ਰਹੀ ਹਾਂ। ਇੱਥੇ ਲਿਖਿਆ ਜੀ the validity of non-creamy layer certificate, ਜਿਹੜਾ ਤੁਸੀਂ ਇਹਦੇ ਲਈ ਬਣਾਉਣਾ ਹੋਊਗਾ, should be issued by financial year 2025-26 considering income
up to financial year ending on 31 March 2025 and issued from 1 April 2025 ਤੋਂ 31 ਮਾਰਚ 2026 or should be issued for the financial year 2026-27 ਇਹਦੇ 'ਚ ਕੰਸੀਡਰ ਕਰਨਗੇ ਇਨਕਮ ਅਪ ਟੂ ਫਾਈਨੈਂਸ਼ੀਅਲ ਈਅਰ ending on 31 ਮਾਰਚ 2026 and issued from 1 ਅਪ੍ਰੈਲ 2026 ਤੋਂ 1 ਅਪ੍ਰੈਲ 2026 ਤੋਂ 24 ਅਪ੍ਰੈਲ 2026 ਜਿਹੜੀ ਕਿ ਲਾਸਟ ਡੇਟ ਹੈ ਐਪਲੀਕੇਸ਼ਨ ਦੀ। ਇਫ ਦ ਐਪਲੀਕੈਂਟ ਡਜ਼ ਨਾਟ ਹੈਵ OBC ਨਾਨ ਕ੍ਰੀਮੀ ਲੇਅਰ ਸਰਟੀਫਿਕੇਟ ਨਹੀਂ ਹੈਗਾ ਐਜ਼ ਅਬਵ at the time of registration ਜੇ ਉਸ ਵਕਤ ਇਹ ਹਲੇ ਨਹੀਂ ਬਣਿਆ ਹੁੰਦਾ ਸਰਟੀਫਿਕੇਟ ਤਾਂ ਐਪਲੀਕੈਂਟ must upload the previously issued yani older OBC or non-creamy layer certificate with the acknowledgement slip of OBC non-creamy layer certificate application for renewal यानी कि पिछले वाला तुसी ਉਹ ਜਿਹੜਾ ਉਹ ਲਗਾ ਰਹੇ ਹੋ ਤੇ ਨਵੇਂ ਵਾਲੇ ਦੀ ਕਿ ਤੁਸੀਂ ਅਪਲਾਈ ਕਰਤਾ ਹਜੇ ਬਣਿਆ ਨਹੀਂ ਤਾਂ ਉਸ ਦੀ acknowledgement slip ਵੀ ਤੁਸੀਂ ਅਪਲਾਈ ਕੀਤੇ ਦੀ ਜਿਹੜੀ ਉਹ ਸਲਿੱਪ ਮਿਲੀ ਹੁੰਦੀ ਆ ਉਹ ਤੁਸੀਂ ਨਾਲ ਲਾਉਣੀ ਹੋਏਗੀ। ਹਾਂ ਬਾਅਦ ਦੇ ਵਿੱਚ ਉਹ ਤੁਹਾਨੂੰ ਜਿਹੜਾ ਹੈ ਸਰਟੀਫਿਕੇਟ ਇਹ ਓਰੀਜਨਲ ਜਦੋਂ ਬਣਦਾ ਉਹ ਤੁਹਾਨੂੰ ਪੇਸ਼ ਕਰਨਾ ਹੋਏਗਾ। ਸੋ ਇਹ ਸਾਰੇ ਕੇਸਿਸ ਦੇ ਵਿੱਚ ਹੈ ਚਾਹੇ ਉਹ EWS ਕੈਟੇਗਰੀ ਹੈ ਤੇ SC ST ਜਿਹੜੇ ਵੀ ਹੈ ਉਹ ਧਿਆਨ ਰੱਖਣ ਕਿ ਸਰਟੀਫਿਕੇਟ ਉਸ ਜੈਨੂਇਨ ਲਗਾਉਣਾ ਹੈ ਔਰ ਕਿਹੜਾ ਲੱਗਣਾ ਉਹਨੂੰ ਤੁਸੀਂ ਬਾਰ-ਬਾਰ ਪ੍ਰੋਸਪੈਕਟਸ 'ਚ ਪਹਿਲਾਂ ਦੇਖ ਲਓ। ਜਦੋਂ ਆਪਾਂ ਗੱਲ ਕਰਦੇ ਹਾਂ ਜੀ ਸਕੀਮ ਆਫ ਕੰਪੀਟੀਟਿਵ ਐਗਜ਼ਾਮ ਤੇ ਟੈਸਟ ਸੈਂਟਰਸ ਐਂਡ ਪ੍ਰੋਸੀਜਰ ਫॉर ਸਿਲੈਕਸ਼ਨ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ BSc ਆਨਰਸ ਨਰਸਿੰਗ ਤੇ ਅਲਾਈਡ ਹੈਲਥ ਕੇਅਰ ਇਹਨਾਂ ਲਈ ਆਲ ਮੇਜਰ ਸਿਟੀਜ਼ ਆਫ ਇੰਡੀਆ ਯਾਨੀ ਕਿ ਹਰੇਕ ਸਟੇਟ ਦੇ ਉੱਥੋਂ ਦੀ ਮੇਨ ਸਿਟੀਜ਼ ਦੇ ਵਿੱਚ ਸੈਂਟਰ ਬਣਨਗੇ ਪਰ ਜਿਹੜਾ ਪੋਸਟ ਬੇਸਿਕ ਹੈ ਇਹ ਸਿਰਫ ਦਿੱਲੀ ਦੇ ਵਿੱਚ NCR ਸੈਂਟਰਸ ਓਨਲੀ। ਜਿੱਥੋਂ ਤੱਕ BSc ਆਨਰਸ ਨਰਸਿੰਗ ਇਹ ਕਾਮਨ ਟੂ ਆਲ ਏਮਸ ਇਹ ਪੇਪਰ ਹੋਏਗਾ 2 ਘੰਟਿਆਂ ਦਾ ਪੇਪਰ ਹੈਗਾ 4 ਪਾਰਟਸ ਨੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਐਂਡ ਜਨਰਲ ਨੌਲੇਜ ਤਾਂ ਫਿਜ਼ਿਕਸ ਕੈਮਿਸਟਰੀ ਬਾਇਓ 30 ਨੰਬਰ ਈਚ ਦਾ ਪੇਪਰ ਹੈਗਾ ਤੇ ਜਨਰਲ ਨੌਲੇਜ 10 ਨੰਬਰ ਦਾ ਕੁੱਲ 100 ਨੰਬਰਾਂ ਦਾ ਪੇਪਰ ਹੋਏਗਾ 100 MCQ 100 ਨੰਬਰਾਂ ਦੇ। ਫਿਰ ਆ ਜਾਂਦਾ ਜੀ BSc Allied and Health Care ਜਿਹਨੂੰ ਆਪਾਂ ਪਹਿਲਾਂ ਕਹਿੰਦੇ ਸੀ BSc ਪੈਰਾਮੈਡੀਕਲ ਇਹ ਵੀ ਸਾਰੇ ਏਮਸ ਲਈ ਇੱਕ ਕਾਮਨ ਪੇਪਰ ਹੋਏਗਾ BSc Allied and Health Care ਦਾ। ਮੈਡੀਕਲ ਤੇ ਨਾਨ ਮੈਡੀਕਲ ਦੋਨੋਂ ਸਬਜੈਕਟਸ ਵਾਲੇ ਬੱਚੇ ਇਹ ਦੇ ਸਕਣਗੇ ਯਾਨੀ ਕਿ ਬਾਇਓ ਹੈ ਜਾਂ ਮੈਥ ਹੈ ਤੁਹਾਡਾ 12ਵੀਂ ਚ ਦੋਨੇ ਤੁਸੀਂ ਇਹ ਪੇਪਰ ਚ ਅਪੀਅਰ ਹੋ ਸਕਦੇ ਹੋ। 1.5 ਘੰਟੇ ਦਾ ਪੇਪਰ ਹੋਏਗਾ ਮਲਟੀਪਲ ਚੋਇਸ ਕੁਐਸਚਨਸ ਹੋਣਗੇ 30 ਨੰਬਰਾਂ ਦਾ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਚੋਂ ਜਾਂ ਫਿਰ ਫਿਜ਼ਿਕਸ ਕੈਮਿਸਟਰੀ ਮੈਥ ਚੋਂ ਤੁਸੀਂ ਇਹ ਪੇਪਰ ਸੋਲਵ ਕਰਨਾ ਹੋਏਗਾ ਤੇ ਕਲੀਅਰਲੀ ਲਿਖਤਾ ਹੈਗਾ ਕੈਂਡੀਡੇਟ ਮੇ ਈਦਰ ਅਟੈਂਪਟ ਬਾਇਓਲੋਜੀ ਪਾਰਟ ਜਾਂ ਫਿਰ ਮੈਥਮੈਟਿਕਸ ਪਾਰਟ। ਇਸੇ ਤਰ੍ਹਾਂ ਪੋਸਟ ਬੇਸਿਕ ਦੇ ਰਿਗਾਰਡਿੰਗ ਤੁਸੀਂ ਪੜ੍ਹ ਸਕਦੇ ਹੋ ਕਿ ਰਿਟਨ ਟੈਸਟ ਹੋਏਗਾ ਤੇ ਫਿਰ ਪਰਸਨਲ ਅਸੈਸਮੈਂਟ। ਸਕੀਮ ਆਫ ਮਾਰਕਿੰਗ ਧਿਆਨ ਰੱਖਣਾ ਕਿ ਹਰੇਕ ਕਰੈਕਟ ਨੰਬਰ ਦਾ ਤੁਹਾਨੂੰ ਮਿਲ ਰਿਹਾ ਜੀ 1 ਨੰਬਰ ਤੇ ਜੇ ਇਨਕਰੈਕਟ ਹੈ ਗਲਤ ਕਰਤਾ ਕੁਐਸਚਨ ਤਾਂ 1/3 ਨੰਬਰ ਤੁਹਾਡਾ ਮਾਈਨਸ ਹੋ ਜਾਏਗਾ ਤੇ ਜੇ ਤੁਸੀਂ ਰਿਵਿਊ ਚ ਪਾ ਦਿੰਦੇ ਹੋ ਇੱਥੇ ਧਿਆਨ ਰੱਖਿਓ ਬੱਚੇ no credit will be given to the question not answered marked for review। ਕਈ ਵਾਰੀ ਬੱਚੇ ਪਹਿਲਾਂ ਰਿਵਿਊ ਦੇ ਵਿੱਚ ਪਾ ਦਿੰਦੇ ਕਿ ਬਾਅਦ ਦੇ ਵਿੱਚ ਜਦੋਂ ਪੇਪਰ ਖਤਮ ਹੋਣ ਵਾਲਾ ਹੋਇਆ ਉਦੋਂ ਅਸੀਂ ਫਾਈਨਲ ਡਿਸੀਜਨ ਲੈਣੇ ਆ ਕਿ ਉਦੋਂ ਉਹਨੂੰ ਕਰੈਕਟ ਕਰਨਾ ਕਿ ਅਨਆਨਸਰਡ ਕਰਨਾ ਤੇ ਉਹ ਕਰ ਨਹੀਂ ਪਾਉਂਦੇ ਤੁਹਾਡਾ ਰਿਵਿਊ ਦੇ ਵਿੱਚ ਹੀ ਪਿਆ ਰਹਿ ਜਾਂਦਾ ਬੱਚੇ ਤਾਂ ਨੰਬਰ ਮਿਲਦਾ 0 ਤੇ ਆਫ ਕੋਰਸ ਜੇ ਆਨਸਰ ਕੀਤਾ ਹੀ ਨਹੀਂ ਤਾਂ ਫਿਰ ਤਾਂ 0 ਮਾਰਕਸ ਆਉਣਾ ਹੀ ਸੀ। ਤਾਂ ਰਿਵਿਊ ਦੇ ਵਿੱਚ ਨਹੀਂ ਪਾ ਕੇ ਆਣੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਬੱਚਿਓ। ਫੋਰਨ ਨੈਸ਼ਨਲਸ ਲਈ ਵੀ ਏਮਸ ਦੇ ਵਿੱਚ ਐਡਮਿਸ਼ਨ ਦੇ ਸੰਬੰਧੀ ਸੀਟਾਂ ਦਾ ਵੇਰਵਾ ਸਾਹਮਣੇ ਹੈ ਜੀ ਤੁਹਾਡੇ ਤੇ ਇਹਦੀ ਡਿਟੇਲਸ ਤੁਸੀਂ ਪ੍ਰੋਸਪੈਕਟਸ ਪੜ੍ਹ ਕੇ ਫਿਰ ਵੀ ਜੇ ਤੁਹਾਨੂੰ ਇਹਦੀ ਐਕਸਪਲੇਨੇਸ਼ਨ ਦੀ ਜ਼ਰੂਰਤ ਹੋਏ ਤਾਂ ਤੁਸੀਂ ਕਮੈਂਟ ਬਾਕਸ ਦੱਸੋ ਉਹਦਾ ਤੁਹਾਨੂੰ ਆਨਸਰ ਕਰਾਂਗੇ। ਆ ਹੈ ਬੱਚੇ ਮੇਨ ਤੁਹਾਡਾ
ਇਹਦੇ 'ਚ ਹੈਗੀਆਂ ਗਾਈਡਲਾਈਨਸ ਟੂ ਫਿਲ ਐਪਲੀਕੇਸ਼ਨ ਫਾਰਮ। ਇਹਦੇ ਲਈ ਬਹੁਤ ਮੇਨ ਇਹ ਤੇ ਧਿਆਨ ਰੱਖਣਾ, ਤੁਹਾਡਾ ਐਪਲੀਕੇਸ਼ਨ ਫਾਰਮ ਹੀ ਅਗਰ ਰਿਜੈਕਟ ਹੋ ਜਾਂਦਾ, ਅੱਗੇ ਤੁਸੀਂ ਵਧ ਹੀ ਨਹੀਂ ਸਕਦੇ, ਤਾਂ ਉਹਦੇ 'ਚ ਕੋਈ ਗਲਤੀ ਨਹੀਂ ਕਰਨੀ, ਪੂਰੀਆਂ ਇੰਸਟਰਕਸ਼ਨਸ ਫੋਲੋ ਕਰਨੀਆਂ ਨੇ, ਔਰ ਹੈਲਪ ਮੈਨੂਅਲ ਪਹਿਲਾਂ ਤੁਸੀਂ ਦੇਖ ਲੈਣਾ ਹੈਗਾ। ਇਹਦੇ 'ਚ ਮੇਨ ਪਹਿਲਾਂ ਤੁਹਾਨੂੰ ਜ਼ਰੂਰਤ ਪਏਗੀ ਜਿਹੜੀ ਫਾਰਮ ਫਿਲ ਕਰਨ ਵੇਲੇ, ਉਹ ਹੋਏਗੀ ਜੀ ਫੋਟੋ, ਸਿਗਨੇਚਰ ਐਂਡ ਲੈਫਟ ਥੰਬ ਇੰਪ੍ਰੈਸ਼ਨ। ਤਾਂ ਫੋਟੋ ਦਾ ਵੀ ਬੈਕਗਰਾਉਂਡ ਜਿਹੜੀ ਆ ਉਹ ਤੁਹਾਡੀ ਵਾਈਟ ਹੋਣੀ ਚਾਹੀਦੀ ਆ, ਕੋਈ ਕਲਰਡ ਬੈਕਗਰਾਉਂਡ ਨਹੀਂ ਹੋਵੇ। ਸਿਗਨੇਚਰ ਤੁਸੀਂ ਇੱਕ ਵਾਈਟ ਪੇਪਰ ਤੇ ਕਰਕੇ ਫਿਰ ਦੀ ਜਿਹੜੀ ਆ ਉਹ ਫੋਟੋ ਲੈਣੇ ਹੋ ਤੁਸੀਂ। ਸਾਈਜ਼ ਦਾ ਧਿਆਨ ਰੱਖਣਾ ਕਿੰਨਾ ਅਪਲੋਡ ਹੋ ਰਿਹਾ। ਐਂਡ ਲੈਫਟ ਥੰਬ ਇੰਪ੍ਰੈਸ਼ਨ, ਇਹ ਵੀ ਇੱਕ ਵਾਈਟ ਪੇਪਰ ਤੇ ਪਹਿਲਾਂ ਤੁਸੀਂ ਆਪਦਾ ਥੰਬ ਇੰਪ੍ਰੈਸ਼ਨ ਲੈ ਕੇ ਤੇ ਫਿਰ ਤੁਸੀਂ ਉਹ ਫੋਟੋ ਅਪਲੋਡ ਕਰਦੇ ਹੋ। ਬੱਚੇ ਇੰਸਟਰਕਸ਼ਨਸ ਫॉर ਆਨਲਾਈਨ ਐਪਲੀਕੇਸ਼ਨ ਇਹ ਵੀ ਤੁਹਾਨੂੰ ਪ੍ਰੋਸਪੈਕਟਸ ਦੇ ਵਿੱਚ ਮਿਲ ਜਾਣਗੀਆਂ। ਸਟਿਲ ਜੇ ਡਿਸਕਸ ਕਰਨੀ ਹੈ ਤਾਂ ਲੈਟ ਮੀ ਨੋ। ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਹੈ, ਇਹਦੇ ਨਾਲ ਹੀ ਇਹਨੂੰ ਅੱਜ ਆਪਾਂ ਐਂਡ ਕਰ ਦਿਆਂਗੇ। ਐਂਡ ਮਾਈ ਬੈਸਟ ਵਿਸ਼ੇਸ ਆਰ ਵਿਦ ਯੂ ਸਟੂਡੈਂਟਸ। ਪ੍ਰੇਪੇਅਰ ਵੈਲ, ਵਰਕ ਹਾਰਡ। 3 ਮਹੀਨੇ ਹੈਗੇ ਆ ਤੁਹਾਡੇ ਕੋਲੇ, ਔਰ ਇਹ ਇੱਕ ਏਮਸ ਬਹੁਤ ਅੱਛਾ ਅਦਾਰਾ ਹੈ। ਇੰਡੀਆ ਲੈਵਲ ਤੇ ਤੁਸੀਂ ਪੜ੍ਹਾਈ ਕਰਨ ਦਾ ਜਿਹੜਾ ਹੈ ਮੌਕਾ ਪਾਓਗੇ ਅਗਰ ਤੁਸੀਂ ਇਹ ਪੇਪਰ ਕਲੀਅਰ ਕਰਕੇ ਇੱਥੇ ਦਾਖਲਾ ਲੈ ਲੈਂਦੇ ਹੋ। ਔਰ ਇੱਕ ਵੱਡੀ ਗੱਲ ਹੈ ਕਿ ਇੱਥੇ ਖਰਚਾ ਬਹੁਤ ਘੱਟ ਹੈਗਾ, ਤੁਹਾਡੀ ਫੀਸ ਬਹੁਤ ਘੱਟ ਰਹੇਗੀ, ਔਰ ਜਿਹੜਾ ਸਟੈਂਡਰਡ ਆਫ ਐਜੂਕੇਸ਼ਨ ਉਹ ਗੁੱਡ ਰਹੇਗਾ। All the best to all the candidates.